ਅੱਜ ਦੀਆਂ ਸਭ ਤੋਂ ਵੱਡੀਆਂ ਦੋ ਖਬਰਾਂ ਦੀ ਜਿਸ ਤੇ ਕਿ ਨਿਊਜ਼ 18 ਤੇ ਲਗਾਤਾਰ ਮਹਾ ਕਵਰੇਜ ਜਾਰੀ ਹੈ। ਲਗਾਤਾਰ ਸਾਡੀ ਇਹਨਾਂ ਦੋਵਾਂ ਖਬਰਾਂ ਤੇ ਨਜ਼ਰ ਬਣੀ ਹੋਈ ਹੈ। ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਰਾਜ ਭਵਨ ਦੇ ਘਿਰਾਓ ਦੀ ਅੱਜ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਵੱਲੋਂ ਹੱਲਾ ਬੋਲਿਆ ਜਾ ਰਿਹਾ ਕਿਉਂਕਿ 7 ਮਹੀਨੇ ਪੂਰੇ ਹੋ ਚੁੱਕੇ ਨੇ ਪਰ ਅਜੇ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਕਿਸਾਨਾਂ ਦੇ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਸਰਕਾਰ ਕਹਿੰਦੀ ਹੈ ਕਿ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਪ੍ਰਸਤਾਵ ਹੈ ਕੋਈ ਬਦਲ ਹੈ ਕਿਸਾਨਾਂ ਦੇ ਕੋਲ ਤਾਂ ਉਹ ਜ਼ਰੂਰ ਸਰਕਾਰ ਦੇ ਨਾਲ ਸਾਂਝਾ ਕੀਤਾ ਜਾਵੇ। ਉੱਥੇ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਵੀ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ SIT ਅੱਗੇ ਉਹਨਾਂ ਦੀ ਪੇਸ਼ੀ ਹੋ ਰਹੀ ਹੈ। ਕੋਟਪੂਰਾ ਗੋਲੀकांड ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਸਵਾਲ ਜਵਾਬ ਕੀਤੇ ਜਾ ਰਹੇ। ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੇ ਆਦੇਸ਼ਾਂ ਤੇ ਨਵੀਂ 3 ਮੈਂਬਰੀ SIT ਦਾ ਗਠਨ ਕੀਤਾ ਗਿਆ ਸੀਗਾ। 22 ਤਰੀਕ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਨਵੀਂ SIT ਨੇ ਪੁੱਛਗਿੱਛ ਕੀਤੀ ਤੇ ਅੱਜ ਸੁਖਬੀਰ ਸਿੰਘ ਬਾਦਲ ਨਵੀਂ SIT ਅੱਗੇ ਪੇਸ਼ ਹੋਏ ਨੇ। ਫਿਲਹਾਲ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਸਵਾਲ ਜਵਾਬ ਕੀਤੇ ਜਾ ਰਹੇ ਨੇ। ਸੋ ਦੋ ਤਸਵੀਰਾਂ ਅੱਜ ਦੀਆਂ ਦੋ ਅਹਿਮ ਤੇ ਵੱਡੀਆਂ ਖਬਰਾਂ ਦੀਆਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਗੱਲ ਕਿਸਾਨਾਂ ਦੀ ਤਾਂ ਕਿਸਾਨਾਂ ਦਾ ਅੰਦੋਲਨ ਦਾ ਜਿਹੜਾ ਕਿ 7 ਮਹੀਨੇ ਪੂਰੇ ਹੋ ਚੁੱਕੇ ਨੇ। 7 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ। ਕਿਸਾਨਾਂ ਦੀ ਇਹੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਦਿੱਲੀ ਤੋਂ ਨਹੀਂ ਪਰਤਣਗੇ। ਪਰ ਸਰਕਾਰ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਜੇਕਰ ਇਸ ਤੋਂ ਇਲਾਵਾ ਕਿਸਾਨਾਂ ਦੇ ਕੋਲ ਕੋਈ ਪ੍ਰਸਤਾਵ ਹੈ ਤਾਂ ਸਰਕਾਰ ਖੁੱਲੇ ਮਨ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪਰ 7 ਮਹੀਨੇ ਹੁਣ ਤੱਕ ਬੀਤ ਚੁੱਕੇ ਨੇ ਪਰ ਅਜੇ ਤੱਕ ਮਸਲੇ ਦਾ ਕੋਈ ਵੀ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਦੂਜੀ ਤਸਵੀਰ ਅਸੀਂ ਵਿਖਾ ਰਹੇ ਹਾਂ ਤੁਹਾਨੂੰ। ਨਵੀਂ SIT ਦੇ ਅੱਗੇ ਅੱਜ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ। ਸੁਖਬੀਰ ਸਿੰਘ ਬਾਦਲ ਤੋਂ ਨਵੀਂ SIT ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿਉਂਕਿ ਵੱਧ ਤੋਂ ਵੱਧ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ। ਨਵੀਂ SIT ਨੂੰ 6 ਮਹੀਨੇ ਤੋਂ ਪਹਿਲਾਂ ਪੂਰੀ ਜਾਂਚ ਨੂੰ ਮੁਕੰਮਲ ਕਰਨਾ ਹੋਵੇਗਾ। ਸੋ ਤੇਜ਼ੀ ਵੇਖੀ ਜਾ ਰਹੀ ਹੈ। ਨਵੀਂ SIT ਦੀ ਜਾਂਚ ਦੇ ਵਿੱਚ ਲਗਾਤਾਰ ਵੱਖ-ਵੱਖ ਤੱਥ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀ 22 ਤਰੀਕ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਗਈ। ਕਰੀਬ 2.5 ਘੰਟੇ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਜਵਾਬ ਕੀਤੇ ਗਏ ਸਨ ਤੇ ਅੱਜ ਸੁਖਬੀਰ ਸਿੰਘ ਬਾਦਲ ਨਵੀਂ SIT ਅੱਗੇ ਪੇਸ਼ ਹੋਏ ਨੇ। ਸੋ ਇਹਨਾਂ ਦੋਵਾਂ ਵੱਡੀਆਂ ਖਬਰਾਂ ਤੇ ਲਗਾਤਾਰ ਸਾਡੀ ਖਬਰ ਬਣੀ ਹੋਈ ਹੈ। ਨਿਊਜ਼ 18 ਤੇ ਮਹਾ ਕਵਰੇਜ ਲਗਾਤਾਰ ਜਾਰੀ ਹੈ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿਸਾਨਾਂ ਦੀ। ਕਿਸਾਨਾਂ ਦੇ ਦਿੱਲੀ ਅੰਦੋਲਨ ਨੂੰ ਅੱਜ 7 ਮਹੀਨੇ ਪੂਰੇ ਹੋ ਚੁੱਕੇ ਨੇ। ਚੰਡੀਗੜ੍ਹ ਦੇ ਵਿੱਚ ਰਾਜ ਭਵਨ ਦੇ ਘਿਰਾਓ ਦੀ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ। ਪੰਜਾਬ ਦੇ ਕਿਸਾਨ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਤੇ ਗੁਰਦੁਆਰਾ ਨਾਢਾ ਸਾਹਿਬ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਦਾ ਇਕੱਠ ਵੇਖਿਆ ਜਾ ਰਿਹਾ ਹੈ। ਕਿਸਾਨਾਂ ਦੀ ਕਾਲ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਬਾਰਡਰਾਂ ਤੇ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੋ ਅੱਜ ਹੱਲਾ ਬੋਲਿਆ ਜਾ ਰਿਹਾ ਦੇਸ਼ ਭਰ ਦੇ ਵਿੱਚ ਰਾਜ ਭਵਨਾਂ ਦਾ ਘਿਰਾਓ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਕਿਸਾਨਾਂ ਦਾ। ਕਿਸਾਨਾਂ ਨੇ ਕਿਹਾ ਕਿ ਬਿਲਕੁਲ ਪ੍ਰਦਰਸ਼ਨ ਜਿਹੜਾ ਉਹ ਸ਼ਾਂਤੀਪੂਰਵਕ ਹੋਏਗਾ, ਸ਼ਾਂਤਮਈ ਹੋਏਗਾ ਤੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਕਿਉਂਕਿ ਅੱਜ ਪੂਰੇ 7 ਮਹੀਨੇ ਹੋ ਚੁੱਕੇ ਨੇ ਦਿੱਲੀ ਤੇ ਕਿਸਾਨਾਂ ਨੂੰ ਬੈਠੇ ਹੋਇਆਂ ਨੂੰ। ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਮੋਰਚਾ ਸੰਘਰਸ਼ ਜਾਰੀ ਹੈ ਤੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸੋ ਤੁਹਾਨੂੰ ਵੱਖ-ਵੱਖ ਤਸਵੀਰਾਂ ਵੀ ਵਿਖਾ ਰਹੇ ਹਾਂ। ਅੱਜ ਚੰਡੀਗੜ੍ਹ ਦੇ ਵਿੱਚ ਰਾਜ ਭਵਨ ਦੇ ਘਿਰਾਓ ਦੀ ਕਿਸਾਨਾਂ ਨੇ ਤਿਆਰੀ ਕੀਤੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਜੁਟੇ ਹੋਏ ਨੇ। ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਿਸਾਨ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ। ਇਸ ਤੋਂ ਅੱਗੇ ਕੂਚ ਕਰਨ ਦਾ ਕਿਸਾਨਾਂ ਦਾ ਪ੍ਰੋਗਰਾਮ ਹੋਵੇਗਾ। ਇਸ ਤੋਂ ਇਲਾਵਾ ਗੱਲ ਹਰਿਆਣਾ ਦੇ ਕਿਸਾਨਾਂ ਦੀ ਕੀਤੀ ਜਾਵੇ ਤਾਂ ਹਰਿਆਣਾ ਦੇ ਕਿਸਾਨ ਗੁਰਦੁਆਰਾ ਨਾਢਾ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਤੇ ਪ੍ਰੋਗਰਾਮ ਇਹੀ ਹੈ ਕਿ ਜਿਹੜੇ ਰਾਜ ਭਵਨ ਪੰਜਾਬ ਦਾ ਰਾਜ ਭਵਨ ਹੈ, ਹਰਿਆਣਾ ਦਾ ਰਾਜ ਭਵਨ ਹੈ, ਉਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਹੈ। ਸੋ ਗਰਾਊਂਡ ਜ਼ੀਰੋ ਤੋਂ ਲਗਾਤਾਰ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਗੁਰਦੁਆਰਾ ਅੰਬ ਸਾਹਿਬ ਤੋਂ ਮੇਰੇ ਸਹਿਯੋਗੀ ਲਗਾਤਾਰ ਮਨੋਜ ਰਾਠੀ ਜੁੜੇ ਹੋਏ ਨੇ। ਇਸ ਤੋਂ ਇਲਾਵਾ ਰੋਹਿਤ ਬੰਸਲ ਗੁਰਦੁਆਰਾ ਨਾਢਾ ਸਾਹਿਬ ਤੋਂ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਗੁਰਦੁਆਰਾ ਨਾਢਾ ਸਾਹਿਬ ਦਾ ਜਿੱਥੋਂ ਕਿ ਰੋਹਿਤ ਬੰਸਲ ਜੁੜੇ ਹੋਏ ਨੇ। ਰੋਹਿਤ, ਅੱਜ 7 ਮਹੀਨੇ ਪੂਰੇ ਹੋ ਚੁੱਕੇ ਨੇ ਕਿਸਾਨਾਂ ਦੇ ਅੰਦੋਲਨ ਨੂੰ ਪਰ ਮਸਲੇ ਦਾ ਹੱਲ ਅਜੇ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਅੱਜ ਰਾਜ ਭਵਨਾਂ ਦਾ ਘਿਰਾਓ ਕੀਤਾ ਜਾ ਰਿਹਾ। ਜੇਕਰ ਗੁਰਦੁਆਰਾ ਨਾਢਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਫਿਲਹਾਲ ਗੁਰਦੁਆਰਾ ਨਾਢਾ ਸਾਹਿਬ ਦੀਆਂ? ਦਿੱਲੀ ਨੂੰ ਤਿਆਰੀਆਂ ਕਰ ਲਓ, ਉੱਥੇ ਪਹੁੰਚੋ, ਉੱਥੇ ਰੌਣਕਾਂ ਵਧਾਉਣੀਆਂ ਤੁਹਾਡਾ
ਜ਼ਿਆਦਾ ਅੱਜ ਤੋਂ ਕਰੀਬ 7 ਮਹੀਨੇ ਪਹਿਲਾਂ ਜਦੋਂ 26 ਨਵੰਬਰ 2020 ਦਾ ਉਹ ਦਿਨ ਸੀਗਾ ਤਾਂ ਉਸ ਸਮੇਂ ਅਸੀਂ ਵੀ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਨੂੰ ਜਾ ਰਹੇ ਸੀ ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਗੁਰਦੁਆਰਾ ਨਾਢਾ ਸਾਹਿਬ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਹਰਿਆਣਾ ਦੇ ਕਿਸਾਨ ਪਹੁੰਚੇ ਹੋਏ ਨੇ। ਅਲੱਗ-ਅਲੱਗ ਜਿਹੜੇ ਜ਼ਿਲ੍ਹੇ ਆ ਹਰਿਆਣਾ ਦੇ ਉੱਥੋਂ ਹੀ ਕਿਸਾਨ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ। ਖਾਸ ਤੌਰ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁਝ ਹਰਿਆਣਾ ਦੇ ਕਿਸਾਨਾਂ ਨਾਲ ਪ੍ਰਹਲਾਦ ਜੀ ਨੇ ਸਾਡੇ ਨਾਲ। ਪ੍ਰਹਲਾਦ ਜੀ 7 ਮਹੀਨੇ ਹੋ ਚੁੱਕੇ ਨੇ ਅੰਦੋਲਨ ਚੱਲਦੇ ਨੂੰ ਪਰ ਹਲੇ ਤੱਕ ਕੋਈ हल नहीं निकले। ਆਪਾਂ भी बहुत बार दिल्ली ਦੇ ਵਿੱਚ ਮੁਲਾਕਾਤਾਂ कर चुके हैं। हल तो देखो अभी किसान के पास है और किसान हल से जमीन का सीना चीर के अनाज पैदा करता है, तो इस सरकार की छाती चीर के भी हल हम निकाल ही लेंगे। ये सरकार जो है किसानों के सब्र का इम्तिहान ना ले। आज देख रहे हो जो इमरजेंसी देश के अंदर लगाई थी उसको 46 साल हो गए और अब देश के अंदर इमरजेंसी तो है लेकिन अघोषित इमरजेंसी है। उसी के खिलाफ आज देश को लोकतंत्र बचाने को लेके, संविधान को बचाने के लेके पूरे देश भर के अंदर राज्यपाल के नाम राष्ट्रपति को ज्ञापन दिए जाएंगे। और अब जो ये महीना चल रहा है ये बहुत ही काम का सीजन होता है, किसान का धान का एरिया है और सारी चीजें हैं। उसके बावजूद आज लोग अपने अपने साधन लेके खुद अपने आप बड़े संख्या के अंदर लोग हर राज्यपाल के दरवाजों के ऊपर पहुंच रहे हैं। यहाँ भी देख रहे हो बहुत। जिस दिन आप दिल्ली जा रहे थे रास्ते में बहुत से बैरिकेड मिले होंगे, बैरिकेड को तोड़ा गया। आज भी राज्यपाल के घर पर जा रहे हो, अगर रास्ते में बैरिकेड मिले तो क्या एक्शन रहने वाला है? आज हमारा बैरिकेड तोड़ने का कोई एक्शन नहीं है। हम शांतिपूर्ण तरीके से अपना ज्ञापन देने के लिए आए हैं। उस दिन हमें दिल्ली पहुंचना था इसलिए बैरिकेड तोड़े। आज हमने ज्ञापन देना है और ज्ञापन देना ये हमारा जो हर आदमी का स्वतंत्रता का अधिकार है कि हम अपनी मांगों को लेके किसी भी आदमी को, चुने हुए नुमाइंदे को, किसी भी को, हम कोई भी देश का नागरिक अपना ज्ञापन दे सकता है। लेकिन ये ज्ञापन लेने की बजाय जगह जगह बैरिकेड लगा के, पुलिस लगा के लोगों को डराना चाह रहे हैं, खौफ पैदा करना चाह रहे हैं। लेकिन अब देश की जनता का खौफ निकल गया है क्योंकि देश जनता का है, इन चुने हुए नुमाइंदों का नहीं है। ये कोई मालिक नहीं है, ये जनता के सेवक है और इनको जनता की आवाज को सुनना ही पड़ेगा। आप हरियाणा से आते हो, हरियाणा से एक किसान संगठन गुनी प्रसाद जी हैं, वो बोल रहे हैं कि मनोहर लाल जी का हम धन्यवाद करेंगे, उनको रैली के लिए इन्विटेशन दिया है और कहा है कि आपकी प्रोटेक्शन पुलिस नहीं किसान करेगा। देश के जितने भी किसान संगठन है वो आज दिल्ली के चारों तरफ मोर्चे लगाए हुए हैं। 500 किसान संगठन है। इससे बहुत से ऐसे लोग जो इन्होंने, सरकारों ने अपने कुछ संगठन रातों रात बना लिए गए हैं, पैदा कर लिए गए हैं। वो पहले भी किया था, ऐसे कुछ संगठनों ने इकट्ठे होके धन्यवाद किया था इन कानूनों के पक्ष में। वो जनता सब जानती है कि देश के हित में संगठन कौन से हैं और सरकार के बनाए हुए संगठन कौन से हैं। सरकार कह रही है कि अगर आपने कोई भी इसमें संशोधन करवाने हैं तो हम उसके लिए तैयार हैं, कानून रद्द नहीं होंगे। संशोधन ही करवाना वो तो जिस दिन आए थे हम 26 नवंबर को उसी दिन तैयार थी सरकार। अगर संशोधन करवाना होता तो आज 7 महीने तक क्यों बैठते? 400 से ज्यादा किसान हमारे शहीद हो गए। हम इन कानूनों को रद्द करवाने के लिए आए हैं और एमएसपी खरीद गारंटी कानून बनवाने के लिए आए हैं। जब तक ये कानून रद्द नहीं होंगे हम घर वापसी नहीं होगी। हमारी कुछ एग्रीकल्चर से एक्सपर्ट से बात होती है तो वो बोलते हैं कि किसान एक अपना अलग से जा तो कोई कानून दें सरकार को कि ये कानून लेके आओ, या सरकार अपना कोई एजेंडा दें अलग से कि इस तरह का कानून होना चाहिए। तो क्या आपने अभी तक सरकार को कोई इस तरह का एजेंडा दिया है कि हमको ये कानून नहीं चाहिए? क्योंकि किसान की अगर हालत की बात करें तो हालात तो इससे पहले भी अच्छे नहीं थे, अब कानून आगे अब भी अच्छे नहीं है। और अगर बाद की बात आप करते हो तो आप खुद ही कह रहे हो कि अच्छे नहीं होंगे। तो क्या आपको लगता है कि अगर आज कानून रद्द हो जाएं तो किसान के हालात ठीक हो जाएंगे? क्या लगता है इसके बारे में? ये देखिए जो एक देश के ऊपर मुसीबत आई है, ये कानून रद्द होते हैं तो एक मुसीबत टलती है। हालात जो है वो सामान्य और ठीक होने वाले नहीं है, मुसीबत आई है टलने वाले। क्योंकि इन 3 कानूनों से देश को दोबारा से गुलाम बनाया जा रहा है और कॉरपोरेट को सारा सिस्टम सौंपा जा रहा है, उसके खिलाफ लड़ाई है। और देश का किसान है जो आज से नहीं लंबे समय से मांग करते आए हैं कि देश के किसान को बचाना है, देश को बचाना है, अन्नदाता को बचाना है। तो जो खेती के अंदर अनाज पैदा होता है, जो दिन रात किसान मेहनत करता है, उसको लाभकारी भाव करना पड़ेगा। अभी जितने भी अनाज हम पैदा करते हैं उनका एक न्यूनतम समर्थन मूल्य दिया जाता है जो लागत से भी कम है। जब तक उसको लागत से ज्यादा प्रॉफिट वाला भाव नहीं मिलेगा, जिस तरीके से फैक्ट्री के अंदर कोई सामान बनता है, जैसे एक कोका कोला है वो 90 पैसे में तैयार होती है लेकिन वो 16 रुपए में बिकती है। और किसान का जो नरमा है 5000 में तैयार होता है और वो 4500 उसको बेचना पड़ता है। ये फर्क आ गया। जैसे मशीनरी बनती है, ट्रैक्टर है 70-80 हजार का तैयार हो जाता है लेकिन वो 5-6 लाख में बिकता है। इसी तरीके से जो फैक्ट्री में, कारखाने में जो फैक्ट्रियों द्वारा सामान कारखाने द्वारा जो बनाया जाता है उनके ऊपर जो मुनाफा है, उसी तरीके से मुनाफा
इजाफा खेती के ऊपर करना क्या पड़ेगा। लगता है कि केवल एमएसपी इसका सोल्यूशन आपको नजर आ रहा है या कोई और सोल्यूशन आपको नजर आता है? एमएसपी का तो सिर्फ एक बार ये है कि थोड़ी सी राहत मिल जाए कि किसान ने जो अनाज पैदा किया है कम से कम वो उसके खरीद की गारंटी हो जाए, क्योंकि अभी भी जो अनाज पैदा करते हैं वो खरीदा नहीं जाता, सिर्फ एक गेहूं खरीदी जाती है, बाकी जितने भी और फसलें हैं वो सरकार खरीद नहीं करती है। इसलिए एमएसपी करें कि तमाम जितनी फसलें हैं उनकी सरकार खरीद करे और एमएसपी जो है इसको लाभकारी भाव बनाया जाए, जो डॉक्टर स्वामीनाथन ने अपनी रिपोर्ट। हम आपके ना लेक्चर सुनते रहते हैं, आप पढ़ते लिखते अच्छा हो, आपको क्या लगता है कि सरकार में इतनी क्षमता है कि हर फसल को हर स्टेट में खरीद पाए एमएसपी के रेट पे? बिल्कुल खरीद सकते हैं, सरकार के लिए कोई मुश्किल नहीं है। आप देख सकते हो कि एक कंपनी है, एक कंपनी तो पूरे देश का सारा भंडारण खरीद सकती है, तो सरकार से बड़ी तो नहीं है कंपनी, सरकार तो बहुत बड़ी है, पूरा देश है सरकार के साथ। जब एक ठीक है रोहित, लगातार बने रहो। गुरुद्वारा नाडा ਸਾਹਿਬ ਦੀਆਂ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੋ। ਮੁੜ ਤੋਂ ਮੈਂ ਤੁਹਾਡਾ ਰੁਖ ਕਰਾਂਗਾ। ਅਸੀਂ ਦੋ ਤਸਵੀਰਾਂ ਵਿਖਾ ਰਹੇ ਹਾਂ, ਗੁਰਦੁਆਰਾ ਨਾਡਾ ਸਾਹਿਬ ਜਿੱਥੇ ਕਿ ਹਰਿਆਣਾ ਦੇ ਕਿਸਾਨ ਇਕੱਠੇ ਹੋਏ ਨੇ, ਗੁਰਦੁਆਰਾ ਅੰਬ ਸਾਹਿਬ ਜਿੱਥੇ ਕਿ ਪੰਜਾਬ ਦੇ ਕਿਸਾਨ ਇਕੱਠੇ ਹੋਏ ਨੇ। ਹੁਣ ਸਿੱਧਾ ਰੁਖ ਕਰ ਲੈਂਦੇ ਹਾਂ ਗੁਰਦੁਆਰਾ ਅੰਬ ਸਾਹਿਬ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਗੁਰਦੁਆਰਾ ਅੰਬ ਸਾਹਿਬ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦੀਆਂ ਤਸਵੀਰਾਂ, ਕਿੰਨੀ ਕੁ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਨੇ ਤੇ ਅੱਜ ਕੀ ਅਗਲਾ ਪ੍ਰੋਗਰਾਮ ਹੈ, ਕਦੋਂ ਤੱਕ ਅਗਲੇ ਪਾਸੇ ਕੂਚ ਕੀਤਾ ਜਾਵੇਗਾ? ਜੇਕਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ? ਸੋ ਗੁਰਦੁਆਰਾ ਨਾਡਾ ਸਾਹਿਬ ਤੇ ਗੁਰਦੁਆਰਾ ਅੰਬ ਸਾਹਿਬ ਦੀਆਂ ਅਸੀਂ ਦੋ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਪਹੁੰਚਾ ਰਹੇ ਹਾਂ, ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਦੋ ਵੱਡੀਆਂ ਖਬਰਾਂ ਜਿਵੇਂ ਕਿ ਅਸੀਂ ਪੂਰੀ ਅਪਡੇਟ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਅੱਜ 7 ਮਹੀਨੇ ਪੂਰੇ ਹੋ ਚੁੱਕੇ ਨੇ ਕਿਸਾਨਾਂ ਦੇ ਅੰਦੋਲਨ ਨੂੰ, ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ, ਪਰ ਕਿਸਾਨਾਂ ਦੀ ਇਹੀ ਮੰਗ ਹੈ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਇਸੇ ਤਰ੍ਹਾਂ ਮੋਰਚੇ ਤੇ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ। ਪਰ ਸਰਕਾਰ ਦਾ ਇਹ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਜੇਕਰ ਉਹਨਾਂ ਦੇ ਕੋਲ ਕੋਈ ਹੋਰ ਪ੍ਰਸਤਾਵ ਹੈ, ਜੇਕਰ ਕੋਈ ਸੋਧਾਂ ਕਰਨੀਆਂ ਚਾਹੁੰਦੇ ਨੇ ਤਾਂ ਉਸ ਵਾਸਤੇ ਸਰਕਾਰ ਖੁੱਲੇ ਮਨ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਉੱਥੇ ਸਾਡੇ ਨਾਲ ਚੰਡੀਗੜ੍ਹ ਪੰਚਕੂਲਾ ਬਾਰਡਰ ਤੋਂ ਅੰਕਿਤ ਦੁਦਾਨੀ ਵੀ ਮੇਰੇ ਸਹਿਯੋਗੀ ਜੁੜੇ ਹੋਏ ਨੇ, ਸਿੱਧਾ ਰੁਖ ਕਰ ਲੈਂਦੇ ਆ। ਅੰਕਿਤ, ਗੱਲ ਕੀਤੀ ਜਾਵੇ ਚੰਡੀਗੜ੍ਹ ਪੰਚਕੂਲਾ ਬਾਰਡਰ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ, ਜੇਕਰ ਗੱਲ ਕੀਤੀ ਜਾਵੇ ਆਮ ਲੋਕਾਂ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਜਾਵੇ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ, ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ? ਕਿ ट्रैफिक ਨੂੰ कोई रूट डाइवर्ट भी किए गए हैं कि लोगों को कोई मुश्किल ना आवे? बिल्कुल परमिंदर, हम पंचकुला चंडीगढ़ बॉर्डर पर मौजूद हैं और आप देख सकते हैं कि भारी पुलिस बल यहाँ तैनात है और पुलिस बल इतना तैनात है कि हरियाणा की तरफ भी पुलिस तैनात है और चंडीगढ़ की तरफ भी चंडीगढ़ पुलिस तैनात है। और यहाँ जो और व्हीकल्स हैं वो चाहे पानी की बौछारों के लिए हों या फिर आंसू गैस के लिए हों, वो सारी चीज़ें यहाँ लाई गई है और यहाँ फायर ब्रिगेड भी खड़ी की गई है। तो पूरी तरह से पुलिस के पुख्ता प्रबंध यहाँ किए गए हैं। ये बॉर्डर आपको दिख रहा है, लेकिन आने जाने वालों को तो हालांकि थोड़े से जाम के अंदर से होकर के गुजरना पड़ रहा है। हल्का फुल्का ये जाम आप देख सकते हैं कि किस तरह से जाम की स्थिति है, लेकिन कोई भी अभी तक रूट डाइवर्ट नहीं किया गया है क्योंकि अभी तक किसान वहाँ से चले नहीं हैं और किसान वहाँ से चलेंगे उसके बाद इसको पूरी तरह से सील कर दिया जाएगा। और यही बताया जा रहा है कि यहाँ तक किसान आ सकते हैं, लेकिन इस बॉर्डर से आगे चंडीगढ़ के अंदर किसानों को प्रवेश नहीं करने दिया जाएगा, बल्कि जो एक प्रतिनिधि मंडल है वो चाहे 5 लोगों का हो सकता है, 10 लोगों का हो सकता है, तो वो प्रतिनिधि मंडल राज्यपाल को जाकर के ज्ञापन सौंप करके आएगा, तो किसानों को यहीं रोक दिया जाएगा। तो कहीं ना कहीं जो बंदोबस्त है, और आप देख सकते हैं कि बड़े बड़े ट्रक भी यहाँ खड़े किए गए हैं कि किसी प्रकार की कोई अव्यवस्था हो तो ट्रकों को भी वहाँ अड़ा दिया जाए। तो कहीं ना कहीं पूरी तरह से व्यवस्था चाक चौबंद है, पुलिस की ओर से चाक चौबंद व्यवस्था है। अभी जो बात की जाए तो अभी पुलिस के जो जवान हैं वो आराम से बैठे हैं, शांति से बैठे हैं, वो पेड़ों के नीचे अभी हवा खा रहे हैं, लेकिन जैसे ही कोई हलचल होगी तो यहाँ वो पूरी तरह से तैनाती हो जाएगी। हम आपको चंडीगढ़ पुलिस की दिखाते हैं कि चंडीगढ़ पुलिस के जवान भी इस साइड, ये हम दूसरी साइड आ गए हैं, चंडीगढ़ पुलिस के ये जवान हैं
ये यहाँ तैनात हो रखे हैं और पूरी तरह से जो पुख्ता प्रबंध जरूर किए गए हैं। और वहाँ से नाडा साहिब से लेकर के रास्ते तक, यहाँ पंचकुला चंडीगढ़ बॉर्डर तक, रास्ते में बीच में जितने भी रास्ते पड़ते हैं वहाँ भी पूरी तरह से पुलिस की पुख्ता प्रबंध हैं। उन्हीं वहाँ से कोई किसान डाइवर्ट ना हो जाए, इसलिए वहाँ भी व्यवस्था की गई है। तो कहीं ना कहीं जो एक अनहोनी कोई घटना ना घटे, इसलिए पुलिस ने पूरे प्रबंध किए गए हैं, क्योंकि लगातार ये कॉल दी जा रही थी। आज 7 महीने किसानों को हो चुके हैं और किसानों के 7 महीने होने के बाद उन्होंने कॉल दी थी कि वो राज्यपाल को ज्ञापन सौंपेंगे, राष्ट्रपति के नाम अपना ज्ञापन दिया जाएगा। तो उसी के मद्देनजर आज पुख्ता प्रबंध यहाँ किए गए हैं। हालांकि वाहनों को हल्की फुल्की देरी जरूर हो रही है, लेकिन फिर भी सुचारू रूप से जो है ट्रैफिक चल रहा है। अभी कोई भी रूट डाइवर्ट नहीं किया गया है। और उसके साथ साथ एक और मैं आपको दिलचस्प बात ये बताना चाहूँगा कि बॉर्डर पर ही किसानों की ओर से पानी की छबील भी लगाई गई है और वो आने जाने वालों को पानी पिला रहे हैं। ठंडा पानी यहाँ मुहैया करवाया गया है। तो पानी की छबील भी यहाँ किसानों की ओर से चल रही है। तो कहीं ना कहीं जहाँ पुलिस के पुख्ता प्रबंध हैं, तो वहीं किसान भी अपनी पूरी व्यवस्था करके आए हैं। और पूरी व्यवस्था के नाते अब यहाँ जुटने में जो वहाँ नाडा साहिब जुटेंगे और उसके बाद फिर यहाँ पहुँचते हुए किसान नजर आएंगे। जी ਅੰਕਿਤ, ਇਹ ਵੀ ਜ਼ਰੂਰ ਜਾਣਕਾਰੀ ਦਿਓ, ਜਿਵੇਂ ਕਿ ਗੁਰਦੁਆਰਾ ਨਾਡਾ ਸਾਹਿਬ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ, ਉਹਨਾਂ ਕਿਸਾਨਾਂ ਦਾ ਅੱਗੇ ਵਧਣ ਦਾ ਕਦੋਂ ਤੱਕ ਦਾ ਪ੍ਰੋਗਰਾਮ ਹੈ? ਅਗਲਾ ਕੀ ਰੂਪਰੇਖਾ ਹੈ ਉਹਨਾਂ ਦੇ ਪ੍ਰੋਗਰਾਮ ਦੀ? बिल्कुल, नाडा साहिब से गुरुद्वारे से किसान जब यहाँ से वहाँ से चलेंगे तो लगभग 12:30 के बाद 1 बजे के आसपास का वहाँ का प्रोग्राम है। हालांकि 11 बजे का समय दिया गया था और अब काफ़ी संख्या के अंदर वहाँ किसान इकट्ठे भी हो रहे हैं। गुरनाम सिंह चडूनी जो किसान नेता हैं वो भी वहाँ पहुँचेंगे। सोमवीर सांगवान जो चरखी दादरी के विधायक हैं और लगातार किसान आंदोलन के अंदर भी अपना नेतृत्व कर रहे हैं, तो वो भी वहाँ पहुँच चुके हैं। तो ऐसे सभी लोग जब पहुँच जाएंगे तो फिर वहाँ से वो पैदल मार्च शुरू करेंगे और पैदल मार्च करते हुए यहाँ तक पहुँचेंगे बॉर्डर तक। और बॉर्डर पर पहुँचने के बाद यहाँ पुलिस उन्हें रोक लेगी। लगातार बने रहो, तस्वीरां साडे दर्शकों तक पहुंचाते रहो। 3 तस्वीरां ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ ਗੁਰਦੁਆਰਾ ਨਾਡਾ ਸਾਹਿਬ, ਜਿੱਥੇ ਕਿ ਪੰਜਾਬ ਦੇ ਕਿਸਾਨ ਇਕੱਠੇ ਹੋਏ ਨੇ। ਚੰਡੀਗੜ੍ਹ ਪੰਚਕੂਲਾ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਜਿੱਥੇ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਖਤਾ ਬੰਦੋਬਸਤ ਕੀਤੇ ਗਏ ਨੇ। ਗੁਰਦੁਆਰਾ ਅੰਬ ਸਾਹਿਬ ਜਿਹੜਾ ਕਿ ਮੋਹਾਲੀ ਦੇ ਵਿੱਚ ਪੈਂਦਾ, ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਆ ਇਕੱਠੇ ਹੋਏ ਨੇ। ਹੁਣ ਸਿੱਧਾ ਰੁਖ ਕਰ ਲੈਨੇ ਆ ਗੁਰਦੁਆਰਾ ਅੰਬ ਸਾਹਿਬ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਗੁਰਦੁਆਰਾ ਅੰਬ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸਾਨਾਂ ਦਾ ਅਗਲਾ ਕੀ ਪ੍ਰੋਗਰਾਮ ਹੈ? ਕਦੋਂ ਤੱਕ ਅੱਗੇ ਕਿਸਾਨ ਵਧਣਗੇ? ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਸ ਤਰ੍ਹਾਂ ਦੇ ਬੰਦੋਬਸਤ ਨੇ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ? ਸਵੇਰ ਤੋਂ ਆਪਾਂ ਗੱਲ ਕਰੀਏ ਤੇ ਹੁਣ ਜਿਹੜੀ ਤਾਦਾਦ ਹੈ ਉਹ ਵੱਧਦੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੰਬ ਸਾਹਿਬ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੇ ਕਿਸਾਨ ਜਥੇਬੰਦੀ ਹੈ, ਜਿਹੜੇ 32 ਕਿਸਾਨ ਜਥੇਬੰਦੀ ਹੈ, ਜਿਹੜੇ ਵੱਡੇ ਲੀਡਰ ਨੇ ਰਾਜੇਵਾਲ ਦੇ ਨਾਲ ਨਾਲ ਹੋਰ ਕਾਦੀਆਂ ਰੁਲਦੂ ਮਾਨ ਸਿੰਘ, ਉਹ ਵੀ ਇੱਥੇ ਪਹੁੰਚ ਚੁੱਕੇ ਨੇ। ਤੇ ਵੱਡੀ ਤਾਦਾਦ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਤਸਵੀਰਾਂ ਵੇਖੋ ਕਿ ਲਗਾਤਾਰ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਆ, ਆਪਣੇ ਝੰਡੇ ਲੈ ਕੇ, ਆਪਣੇ ਬਜ਼ੁਰਗ ਜਿਹੜੇ ਯੂਥ ਦੇ ਨਾਲ ਨਾਲ ਜਿਹੜੀ ਲੇਡੀਜ਼ ਹੈ ਉਹ ਵੀ ਇੱਥੇ ਪਹੁੰਚੇ ਨੇ। ਤੇ ਹੁਣ ਅਸੀਂ ਕਹਿ ਸਕਦੇ ਹਾਂ ਕਿ 1 ਵਜੇ ਤੱਕ ਇਹਨਾਂ ਦਾ ਕਹਿਣਾ ਹੈ ਕਿ 1 ਵਜੇ ਤੱਕ ਇੱਥੋਂ ਉਹ ਇਹ ਮਾਰਚ ਕਰਨਗੇ ਤੇ ਸਿੱਧਾ ਵਾਈਪੀਐਸ ਚੌਂਕ ਜਿਹੜਾ ਚੰਡੀਗੜ੍ਹ ਮੋਹਾਲੀ ਦਾ ਬਾਰਡਰ ਹੈ ਉੱਥੇ ਜਾਣਗੇ। ਤੇ ਜਦ ਤੱਕ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੂਰੇ ਪੀਸਫੁਲ ਤਰੀਕੇ ਨਾਲ ਜਿਹੜਾ ਮਾਰਚ ਕੀਤਾ ਜਾਏਗਾ, ਜਿੱਥੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਜਾਏਗਾ ਉੱਥੇ ਬੈਠ ਜਾਣਗੇ। ਤੇ ਜਿਹੜਾ ਇਹਨਾਂ ਦਾ ਡੈਲੀਗੇਸ਼ਨ ਹੈ, ਜਿਹੜੇ 5-6 ਇਹਨਾਂ ਦੇ ਜਿਹੜੇ ਲੀਡਰ ਹੈ, ਉਹਨਾਂ ਵੱਲੋਂ ਜਿਹੜੇ ਗਵਰਨਰ ਨੂੰ ਮੈਮੋਰੰਡਮ ਜਿਹੜਾ ਹੈਗਾ ਉਹ ਦਿੱਤਾ ਜਾਏਗਾ। ਹਾਲਾਂਕਿ ਹੁਣ ਲਗਾਤਾਰ ਤਾਦਾਦ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੂਰੇ ਪੀਸਫੁਲ ਤਰੀਕੇ ਨਾਲ ਜਿਹੜਾ ਸਾਡਾ ਪ੍ਰਦਰਸ਼ਨ ਹੈ ਉਹ ਪੈਦਲ ਮਾਰਚ ਜਿਹੜਾ ਹੈਗਾ ਉਹ ਕੀਤਾ ਜਾਏਗਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੰਬ ਸਾਹਿਬ ਗੁਰਦੁਆਰਾ। ਪਰਮਿੰਦਰ, ਸਵੇਰ ਤੋਂ ਹੀ ਅਸੀਂ ਗਰਾਊਂਡ ਜ਼ੀਰੋ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖ-ਵੱਖ ਜਿਹੜੇ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਹੈ ਉਹ ਉਹਨਾਂ ਦਾ ਆਉਣ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ। ਹਾਲਾਂਕਿ ਇੱਥੇ ਖਾਣ ਦਾ ਪੀਣ ਦਾ ਸਾਰਾ ਅਰੇਂਜਮੈਂਟ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਜਿਹੜੇ ਵੀ ਕਿਸਾਨ ਨੇ ਉਹ ਅਲੱਗ-ਅਲੱਗ ਜਿਹੜੇ ਜਥੇਬੰਦੀ ਹੈ ਉਹ ਲਗਾਤਾਰ ਇੱਥੇ ਪਹੁੰਚ ਰਹੀ ਹੈ। ਤੇ ਨਾਲ ਜਿਹੜੀ ਪੁਲਿਸ ਦੀ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਇੰਟੈਲੀਜੈਂਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹੈ, ਕਿਉਂਕਿ ਪਰਮਿੰਦਰ ਜਿਹੜਾ ਦਿੱਲੀ ਵਿੱਚ ਇੰਟੈਲੀਜੈਂਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਜਿਹੜੇ ਬੈਡ ਆਨਸਰਸ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਗਲਤ ਜਿਹੜੀ ਹੈ ਹਰਕਤ ਕਰ ਸਕਦੇ। ਇਸ ਕਰਕੇ ਮੈਟਰੋ ਵੀ ਜਿਹੜਾ ਹੈ ਉੱਥੇ ਬੰਦ ਕੀਤਾ ਗਿਆ। ਇਸੇ ਕਰਕੇ ਮੱਦੇਨਜ਼ਰ ਜਿਹੜੀ ਪੰਜਾਬ ਪੁਲਿਸ ਹੈ, ਪੰਜਾਬ ਪੁਲਿਸ ਦੀ ਜਿਹੜੀ ਇੰਟੈਲੀਜੈਂਸ ਹੈ ਉਹਦੇ ਵੱਲੋਂ ਵੀ ਪੂਰੀ ਰੈਕੀ ਕੀਤੀ ਜਾ ਰਹੀ ਹੈ। ਕੋਈ ਵੀ ਬੈਡ ਆਨਸਰ ਜਿਹੜੀ ਹੈ ਉਹ ਗਲਤ ਹਰਕਤ ਨਾ ਕਰੇ,
ਜਾਂ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਨੂੰ ਖਰਾਬ ਨਾ ਕਰੇ, ਉਹਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਤੇ ਪੂਰੀ ਨਿਗਰਾਨੀ ਜਿਹੜੀ ਹੈ ਖੁਦ ਐਸਐਸਪੀ ਡੀਐਸਪੀ ਜਿਹੜੇ ਆਈਜੀ ਲੈਵਲ ਦੇ ਇੱਥੇ ਆਫੀਸਰਸ ਨੇ ਉਹ ਇੱਥੇ ਪਹੁੰਚੇ ਨੇ ਤੇ ਉਹ ਪੂਰੀ ਨਿਗਰਾਨੀ ਜਿਹੜੇ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ। ਇਹ ਸਾਰੀ ਤਸਵੀਰਾਂ ਗਰਾਊਂਡ ਜ਼ੀਰੋ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਪਰਮਿੰਦਰ ਇਹ ਆ ਜਾਂਦੀ ਹੈ ਕਿ ਹੁਣ ਜਿਹੜਾ ਇਕੱਠ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਤਸਵੀਰਾਂ ਲਗਾਤਾਰ ਜਾਰੀ ਹੈ ਤੇ ਰਾਜੇਵਾਲ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜਿਸ ਤਰ੍ਹਾਂ ਅਸੀਂ ਸਿਚੁਏਸ਼ਨ ਹੈ ਖੁਦ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ, ਛੋਟੇ ਬੱਚੇ ਇੱਥੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਬੇਟਾ ਤੁਸੀਂ ਆਏ ਹੋ ਇੱਥੇ? ਹਾਂਜੀ ਵੀਰੇ, ਜ਼ਮੀਨਾਂ ਵਾਲੇ ਜ਼ਮੀਰਾਂ ਵਾਲੇ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਭਿਜੋਤ ਸਿੰਘ ਹੈ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਕਿ ਅਸੀਂ ਅੱਜ ਸਾਡੀ ਕਾਲ ਆਈ ਉੱਪਰੋਂ ਸਾਡੀ ਕਿਸਾਨ ਜਥੇਬੰਦੀਆਂ ਦੀ ਕਿ ਰਾਜ ਭਵਨ ਘਿਰਾਓ ਕਰਨਾ ਹੈ, ਉਸ ਲਈ ਅਸੀਂ ਅੱਜ ਇੱਥੇ ਆਏ ਆ ਕਰਾਂਗੇ। ਇੱਥੇ ਸਾਡੇ ਅੱਗੇ ਰਾਜੇਵਾਲ ਸਰ ਜੀ ਬੈਠੇ ਆ, ਸਾਰੇ ਕਿਸਾਨ ਆਗੂ 32 ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ। ਜੋ ਉਹਨਾਂ ਦਾ ਸਕੀਮ ਆਰਡਰ ਹੋਏਗਾ ਹੁਣੇ, ਚਾਹੇ ਉਹ ਹੁਣੇ ਕਹਿਣ ਦਿੱਲੀ ਜਾਣਾ ਪੈਣਾ, ਅਸੀਂ ਹੁਣੇ ਦਿੱਲੀ ਜਾਣ ਲਈ ਤਿਆਰ ਆ। ਬਸ ਅਸੀਂ ਜੋ ਉਹਨਾਂ ਦਾ ਆਰਡਰ ਹੋਏਗਾ ਆਪਾਂ ਉਹਦੇ ਨਾਲ ਚੱਲਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਹ ਪਰਮਿੰਦਰ ਤੁਸੀਂ ਵੇਖਿਆ ਕਿ ਯੂਥ ਦੇ ਨਾਲ ਨਾਲ ਬਜ਼ੁਰਗਾਂ ਦੇ ਨਾਲ ਨਾਲ ਜਿਹੜੇ ਛੋਟੇ ਬੱਚੇ ਹੈ ਉਹ ਵੀ ਇੱਥੇ ਪਹੁੰਚੇ ਨੇ ਤੇ ਪੂਰਾ ਜਿਹੜਾ ਹੈਗਾ ਕੌਨਫੀਡੈਂਸ ਲੈਵਲ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਕਿ ਉਹ ਇਹਨਾਂ ਦੇ ਨਾਲ ਨੇ ਤੇ ਪੀਸਫੁਲ ਤਰੀਕੇ ਨਾਲ ਮਾਰਚ ਜਿਹੜਾ ਹੈ ਉਹ ਕੀਤਾ ਜਾਏਗਾ। ਜਿਹੜੇ ਵੀ ਕਾਲੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕੀਤਾ ਜਾਵੇ। ਜਿਹੜੇ ਛੋਟੇ ਛੋਟੇ ਬੱਚੇ ਹੈ ਬੇਟੇ ਤੁਹਾਨੂੰ ਸਾਰੀ ਗੱਲ ਪਤਾ ਹੈ ਕਿਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ? ਵੀਰੇ ਸਾਰੀ ਗੱਲ ਬੱਚੇ ਨੂੰ ਪਤਾ ਹੈ। ਇਹ ਮੋਦੀ ਸਰਕਾਰ ਨੇ ਪੈਟਰੋਲ ਖਾਤੇ ਨੂੰ ਕਾਨੂੰਨ ਬਣਾਤੇ, ਉਧਰੋਂ ਖੇਤੀ ਸੋਧ ਬਿੱਲ ਬਣਾਤੇ। ਹੁਣ ਇਹ ਕਹਿ ਰਹੇ ਕਿ ਬਿਜਲੀ ਦੇ ਬਿੱਲ ਦਵੋ, ਸਾਡੀ ਜੀਐਸਟੀ ਵਧਾਤੀ। ਇਹ ਸਰਕਾਰ ਦੱਸੋ ਮੋਦੀ ਜੀ ਕੀ ਕਰਦੇ ਆ, ਰਾਤੀ ਰਾਤ ਸਾਰਾ ਕੁਝ ਵਧਾ ਦਿੰਦੇ ਆ। ਰਾਤੋਂ ਰਾਤ ਪਹਿਲੇ ਤਾਂ ਇਹਨਾਂ ਨੇ ਨੋਟਬੰਦੀ ਕੀਤੀ, ਫਿਰ ਦੋ ਤਿੰਨ ਸਾਲਾਂ ਬਾਅਦ ਟੀਵੀ 'ਚ ਆ ਕੇ ਬੋਲ ਰਹੇ ਕਿ ਯਾਰ ਲੋਕਡਾਊਨ ਲਗਾਉਣਾ ਪਊਗਾ। ਯਾਰ ਅਸੀਂ ਮੰਨ ਲਾਂਗੇ ਵੀਰੇ, ਅਸੀਂ ਮਰਨਾ ਹੈ। ਜਿਵੇਂ ਕਿ ਦੇਖੋ ਸਾਰੇ ਕਿਸਾਨਾਂ ਦੇ ਦੇਖੋ ਸਾਰਿਆਂ ਨੂੰ ਛੁੱਟੀ ਹੁੰਦੀ ਹੈ। ਜਿਵੇਂ ਕਿ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਸਾਰੇ ਦੇਖਦੇ ਖਬਰ ਜੋ ਮੁੱਦਾ ਬਣਿਆ ਰਹੇ ਇਸ ਤੇ ਸਾਰੇ ਆਉਂਦੇ ਆ। ਮੈਂ ਅੱਜ ਵੀ ਕਹਿ ਰਿਹਾ ਕਿ ਦੇਖੋ ਸਾਰੇ ਪ੍ਰੋਫੈਸ਼ਨ ਦੀ ਛੁੱਟੀ ਹੁੰਦੀ ਹੈ। ਜਿਹੜੇ ਕਿਸਾਨ ਹੈ ਉਹਨਾਂ ਨੂੰ ਕਦੋਂ ਛੁੱਟੀ ਹੁੰਦੀ ਹੈ? ਮੈਨੂੰ ਚਾਹੀਦਾ ਆਨਸਰ ਹੁਣੇ। ਉਹਦੇ 24 ਘੰਟੇ ਨਹੀਂ ਉਹਨੂੰ ਛੁੱਟੀ ਮਿਲਦੀ ਕਿਉਂਕਿ ਉਹ ਦੇਖਦੇ ਯਾਰ ਮੈਂ ਕਿਤੇ ਛੁੱਟੀ ਨਹੀਂ ਲੈਣੀ, ਮੈਂ ਲੋਕਾਂ ਨੂੰ ਅੰਨ ਪੈਦਾ ਕਰਵਾ ਕੇ ਦੇਣਾ। ਪਰ ਸਾਡੀ ਮੋਦੀ ਸਰਕਾਰ ਕੀ ਕਰ ਰਹੀ ਹੈ? ਉਹਨਾਂ ਨੂੰ ਸੜਕਾਂ ਤੇ ਬੈਠਣ ਦਾ ਹੱਕ ਦੇ ਰਹੀ ਹੈ। ਮੋਦੀ ਸਰਕਾਰ ਜੀ ਕਹਿ ਰਹੀ ਹੈ ਕਿ ਤੁਸੀਂ ਇੱਥੇ ਕਿਉਂ ਆ ਕੇ ਸੜਕਾਂ ਤੇ ਬੈਠੇ? ਇਹ ਤੁਸੀਂ ਯਾਰ ਅਸੀਂ ਕਹਿ ਰਹੇ ਕਿ ਅਸੀਂ ਕਿਉਂ ਆਣਾ ਸੀਗਾ? ਇਹ ਆਉਣ ਦਾ ਮੌਕਾ ਤੁਸੀਂ ਸਾਨੂੰ ਦਿੱਤਾ। ਜੇ ਮੈਂ ਬਸ ਹੋਰ ਕੁਝ ਨਹੀਂ ਕਹਿਣਾ, ਨੌਜਵਾਨ ਕਿਸਾਨ ਏਕਤਾ ਜਿੰਦਾਬਾਦ, ਕਾਲੇ ਕਾਨੂੰਨ ਰੱਦ ਕਰੋ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਇਹ ਜਿਹੜਾ ਛੋਟਾ ਜਿਹਾ ਠੀਕ ਹੈ ਮਨੋਜ, ਤਸਵੀਰਾਂ ਲਗਾਤਾਰ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੋ। ਸੋ ਗੁਰਦੁਆਰਾ ਨਾਢਾ ਸਾਹਿਬ, ਗੁਰਦੁਆਰਾ ਅੰਬ ਸਾਹਿਬ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਸਾਡੀ ਇਹੀ ਕੋਸ਼ਿਸ਼ ਹੈ ਕਿ ਅੱਜ ਦੇ ਇਸ ਪੂਰੇ ਹੱਲਾ ਬੋਲ ਨੂੰ ਲੈ ਕੇ, ਪੂਰੇ ਪ੍ਰਦਰਸ਼ਨ ਨੂੰ ਲੈ ਕੇ ਪਲ ਪਲ ਦੀ ਅਪਡੇਟ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਕਿਉਂਕਿ 7 ਮਹੀਨੇ ਕਿਸਾਨੀ ਅੰਦੋਲਨ ਨੂੰ ਪੂਰੇ ਹੋ ਚੁੱਕੇ ਨੇ ਪਰ ਮਸਲੇ ਦਾ ਹੱਲ ਅਜੇ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਲਗਾਤਾਰ ਇਸ ਖਬਰ ਤੇ ਬਣੇ ਹੋਏ ਹਾਂ। ਫਿਲਹਾਲ ਇੱਥੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ